बाप बेटा तुरपा नाम ते आमेन। सब भैन भाइयों यीशु मसीह दी सलाम, गुड मॉर्निंग, गुड आफ्टरनून। पिता परमेश्वर प्रभु यीशु मसीह का बहुत धन्यवाद करते हैं जिन्हें सानू अज का दिन अज का समा दिता है कि असीं सब भैन भरा मिल के प्रभु का धन्यवाद करिए, उसकी महिमा ते वडियाई करिए, उसके वचन पढ़ के अपने भैन भरा शेयर करिए। प्रभु के पवित्र चरण चढ़ के दुआवां करते हैं, बेनतियां करते हैं कि प्रभु यीशु सानू सब भैन भरावां अकल बुद्धि ज्ञान देवे, पवित्र आत्मा की शक्ति देवे कि असीं प्रभु के वचनों चंगी तरह समझ सकीए, अपने दिलों की गहराई तक ले जा सकीए और उस तो फल पैदा करिए। मेरे भैन भराओ, अज असीं पवित्र बाइबल चों नवां यात्रावां संत पौलुस का खत पहला तिमोथियस चैप्टर 6 13 तो 16 आयतां पढ़ांगे। फर्स्ट तिमोथी chapter 6 verses 13 till 16. St. Paul's final instructions. ਹੁਣ ਮੈਂ ਉਸ ਪਰਮੇਸ਼ਰ ਦੇ ਨਾਂ ਤੇ ਜੋ ਸਭ ਚੀਜ਼ਾਂ ਨੂੰ ਜੀਵਨ ਦਾਨ ਦਿੰਦਾ ਹੈ ਅਤੇ ਮਸੀਹ ਯਿਸੂ ਦੇ ਨਾਂ ਤੇ ਜਿਸ ਨੇ ਆਪ ਆਪਣੇ ਵਿਸ਼ਵਾਸ ਦੀ ਗਵਾਹੀ ਵਧੀਆ ਢੰਗ ਨਾਲ ਪੈਂਤੀਅਸ ਪਿਲਾਤੁਸ ਦੇ ਸਾਹਮਣੇ ਦਿੱਤੀ ਸੀ, ਤੈਨੂੰ ਆਗਿਆ ਦਿੰਦਾ ਹਾਂ, ਆਪਣੇ ਸੇਵਾ ਦੇ ਮਿਲੇ ਹੱਕ ਦੀ ਪਾਲਣਾ ਸੱਚੇ ਮਨ ਨਾਲ ਕਰੋ। ਇਸ ਨੂੰ ਉਸ ਸਮੇਂ ਤੱਕ ਜਦ ਤੱਕ ਕਿ ਸਾਡਾ ਪ੍ਰਭੂ ਯਿਸੂ ਮਸੀਹ ਦੁਆਰਾ ਪ੍ਰਗਟ ਨਾ ਹੋ ਜਾਵੇ, ਪੂਰਨ ਨਿਆਂ ਕਲੰਕ ਅਤੇ ਹਰ ਤਰ੍ਹਾਂ ਦੀ ਨਿੰਦਿਆ ਤੋਂ ਬਚਾਈ ਰੱਖ। ਆਪਣੇ ਪਵਿੱਤਰ ਮਿੱਥੇ ਸਮੇਂ ਤੇ ਪਰਮੇਸ਼ਰ ਉਸ ਨੂੰ ਦੁਆਰਾ ਪ੍ਰਗਟ ਕਰੇਗਾ। ਪਰਮੇਸ਼ਰ ਧਨ ਹੈ, ਉਹੀ ਕੇਵਲ ਇੱਕਮਾਤਰ ਪਰਮੇਸ਼ਰ ਹੈ ਜੋ ਸ਼ਕਤੀਮਾਨ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹੀ ਕੇਵਲ ਅਮਰ ਹੈ ਅਤੇ ਉਹ ਆ ਪਹੁੰਚਣ ਚਾਨਣ ਦਾ ਨਿਵਾਸੀ ਹੈ। ਉਸ ਨੂੰ ਨਾ ਕਦੀ ਕਿਸੇ ਨੇ ਦੇਖਿਆ ਅਤੇ ਨਾ ਹੀ ਕਦੀ ਉਸ ਨੂੰ ਕੋਈ ਦੇਖ ਸਕਦਾ ਹੈ। ਉਸੇ ਦੀ ਵਡਿਆਈ ਅਤੇ ਪ੍ਰਫੁੱਲਤਾ ਅਨੰਤ ਕਾਲ ਤੱਕ ਹੈ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਤੇ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਸੰਤ ਪੌਲੁਸ ਆਪਣੇ ਮਦਦਗਾਰ ਸਾਥੀ ਤਿਮੋਥੀਅਸ ਨੂੰ ਆਪਣੇ ਖਤ ਵਿੱਚ ਹਦਾਇਤਾਂ, ਇੰਸਟਰਕਸ਼ਨ ਲਿਖਦਾ ਹੈ। ਇਹ ਵਚਨ ਜੋ ਸੰਤ ਪੌਲੁਸ ਨੇ ਤਿਮੋਥੀਅਸ ਨੂੰ ਲਿਖੇ ਹਨ, ਸਾਨੂੰ ਵੀ ਇਹ ਵਚਨ ਪ੍ਰੇਰਿਤ ਕਰਦੇ ਹਨ ਕਿ ਅਸੀਂ ਵੀ ਪਰਮੇਸ਼ਰ ਕੋਲੋਂ ਅਨੰਤ ਜੀਵਨ ਪ੍ਰਾਪਤ ਕਰਨ ਲਈ ਪ੍ਰਭੂ ਪਰਮੇਸ਼ਰ ਦੀ ਸੇਵਾ ਸੱਚੇ ਦਿਲੋਂ ਕਰਨੀ ਹੈ। ਮੇਰੇ ਭੈਣ ਭਰਾਵੋ, ਅਸੀਂ ਆਪਣੇ ਵਿਸ਼ਵਾਸ ਬਾਰੇ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਦੇ ਸ਼ੁਭ ਸਮਾਚਾਰ ਦੀ ਵਧੀਆ ਤਰੀਕੇ ਨਾਲ ਗਵਾਹੀ ਦੇਣੀ ਹੈ ਤਾਂ ਕਿ ਦੂਜੇ ਸਾਡੇ ਭੈਣ ਭਰਾ ਉਹਨਾਂ ਦਾ ਵੀ ਵਿਸ਼ਵਾਸ ਵਧੇ। ਸੰਤ ਪੌਲੁਸ ਦੇ ਤਿਮੋਥੀਅਸ ਨੂੰ ਕਹੇ ਅਨੁਸਾਰ ਸਾਨੂੰ ਵੀ ਪ੍ਰਭੂ ਯਿਸੂ ਦੇ ਵਾਪਸ ਆਉਣ ਤੱਕ ਨਿਆਂ ਕਲੰਕ ਅਤੇ ਨਿੰਦਿਆ ਤੋਂ ਦੂਰ ਰਹਿਣਾ ਹੈ। ਉਹੀ ਪ੍ਰਭੂ ਤੇ ਪਰਮੇਸ਼ਰ ਹੈ। ਉਹ ਹਮੇਸ਼ਾ ਅਨੰਤ ਕਾਲ ਤੱਕ ਜਿਉਂਦਾ ਹੈ ਤੇ ਸ਼ਾਂਤੀ ਦਾ ਰਾਜਕੁਮਾਰ ਹੈ। ਉਸ ਦੀ ਅਸੀਂ ਮਹਿਮਾ ਤੇ ਵਡਿਆਈ ਕਰਨੀ ਹੈ। ਸੋ ਪਲੀਜ਼ ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਪਰ ਵਿਸ਼ਵਾਸ ਕਰੋ, ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਵਿਸ਼ਵਾਸ ਰੱਖ ਕੇ ਪ੍ਰਾਰਥਨਾ ਕਰੋ। ਪ੍ਰਭੂ ਪਰਮੇਸ਼ਰ ਆਪ ਸਾਰਿਆਂ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗਾਂ ਦੀ ਸੰਤਾਨ ਬਣਾਵੇ। ਆਮੀਨ। ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪ੍ਰਭੂ ਯਿਸੂ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਹਾਂ ਜੋ ਤੁਸੀਂ ਆਪਦੇ ਚੇਲੇ ਰਸੂਲ ਸੰਤ ਪੌਲੁਸ ਦੇ ਵੱਲੋਂ ਸਾਨੂੰ ਇਹ ਹਦਾਇਤਾਂ ਦਿੱਤੀਆਂ ਹਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ। ਮੇਰੇ ਭੈਣ ਭਰਾਵੋ, ਅਸੀਂ ਪੜ੍ਹਾਂਗੇ ਸੰਤ ਲੂਕਾ ਦੀ ਅੰਜੀਲ ਚੈਪਟਰ 8 4 ਤੋਂ 15 ਆਇਤਾਂ। St. Luke chapter 8 verses 4 till 15. Jesus tells the parable of the 4 soils. ਬੀਜ ਬੀਜਣ ਵਾਲੇ ਦੀ ਰੂਪ ਕਥਾ। ਯਿਸੂ ਕੋਲ ਕਈ ਨਗਰਾਂ ਤੋਂ ਲੋਕੀ ਆਉਂਦੇ ਸਨ।
ਇੱਕ ਦਿਨ ਉਹਨਾਂ ਕੋਲ ਬਹੁਤ ਲੋਕ ਇਕੱਠੇ ਹੋ ਗਏ। ਯਿਸੂ ਨੇ ਉਹਨਾਂ ਲੋਕਾਂ ਨੂੰ ਇੱਕ ਰੂਪ ਕਥਾ ਸੁਣਾਈ। ਇੱਕ ਕਿਸਾਨ ਬੀਜ ਬੀਜਣ ਦੇ ਲਈ ਆਪਣੇ ਖੇਤ ਵਿੱਚ ਗਿਆ। ਜਦੋਂ ਉਹ ਛੱਟਾ ਦੇ ਰਿਹਾ ਸੀ ਤਾਂ ਕੁਝ ਬੀਜ ਖੇਤ ਦੇ ਲਾਗੇ ਜਾਂਦੇ ਰਾਹ ਵਿੱਚ ਜਾ ਡਿੱਗਾ। ਉਸ ਬੀਜ ਦਾ ਕੁਝ ਹਿੱਸਾ ਰਾਹੀਆਂ ਦੇ ਪੈਰਾਂ ਥੱਲੇ ਮਿਧਿਆ ਗਿਆ ਅਤੇ ਕੁਝ ਆਕਾਸ਼ ਦੇ ਪੰਛੀ ਚੁੱਕ ਲੈ ਗਏ। ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗਾ, ਜਿਹੜਾ ਉੱਗਿਆ ਤਾਂ ਸਹੀ ਪਰ ਜ਼ਮੀਨ ਵਿੱਚ ਨਮੀ ਨਾ ਹੋਣ ਕਾਰਨ ਸੁੱਕ ਗਿਆ। ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਪਿਆ, ਜਿਹੜਾ ਉੱਗਿਆ ਪਰ ਝਾੜੀਆਂ ਵੀ ਉਸ ਨਾਲ ਵਧੀਆਂ ਅਤੇ ਝਾੜੀਆਂ ਨੇ ਕਰੂੰਬਲਾਂ ਨੂੰ ਦਬਾ ਦਿੱਤਾ ਅਤੇ ਵਧਣ ਨਾ ਦਿੱਤਾ। ਪਰ ਕੁਝ ਬੀਜ ਚੰਗੀ ਵਾਹੀ ਹੋਈ ਉਪਜਾਊ ਜ਼ਮੀਨ ਵਿੱਚ ਡਿੱਗ ਪਿਆ। ਉਹ ਉੱਗਿਆ, ਵਧਿਆ ਅਤੇ 100 ਗੁਣਾ ਫਲਿਆ। ਇਹ ਰੂਪ ਕਥਾ ਕਹਿ ਚੁੱਕਣ ਪਿੱਛੋਂ ਯਿਸੂ ਨੇ ਉੱਚੀ ਆਵਾਜ਼ ਨਾਲ ਕਿਹਾ, ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ। ਬੀਜ ਬੀਜਣ ਵਾਲੇ ਦੀ ਰੂਪ ਕਥਾ ਦਾ ਭਾਵ ਅਰਥ। ਯਿਸੂ ਦੇ ਚੇਲਿਆਂ ਨੇ ਉਹਨਾਂ ਕੋਲੋਂ ਇਸ ਕਥਾ ਦਾ ਭਾਵ ਅਰਥ ਪੁੱਛਿਆ। ਯਿਸੂ ਨੇ ਉਹਨਾਂ ਨੂੰ ਕਿਹਾ, ਤੁਹਾਨੂੰ ਪਰਮੇਸ਼ਰ ਦੇ ਰਾਜ ਦੇ ਭੇਦਾਂ ਦੀ ਸਮਝ ਦਿੱਤੀ ਗਈ ਹੈ, ਪਰ ਆਮ ਲੋਕਾਂ ਨੂੰ ਇਹ ਸਭ ਕੁਝ ਕਥਾ ਰਾਹੀਂ, ਬੁਝਾਰਤਾਂ ਦੇ ਰਾਹੀਂ ਦੱਸਿਆ ਜਾਂਦਾ ਹੈ, ਤਾਂ ਜੋ ਉਹ ਦੇਖਦੇ ਹੋਏ ਵੀ ਨਾ ਦੇਖਣ ਅਤੇ ਸਮਝਦੇ ਹੋਏ ਵੀ ਨਾ ਸਮਝਣ। ਅੱਗੇ ਯਿਸੂ ਨੇ ਕਿਹਾ, ਇਸ ਰੂਪ ਕਥਾ ਦਾ ਭਾਵ ਅਰਥ ਇਹ ਹੈ, ਬੀਜ ਪਰਮੇਸ਼ਰ ਦਾ ਵਚਨ ਹੈ। ਕੁਝ ਲੋਕ ਪਰਮੇਸ਼ਰ ਦਾ ਵਚਨ ਸੁਣਦੇ ਹਨ, ਪਰ ਸ਼ੈਤਾਨ ਆ ਕੇ ਉਹਨਾਂ ਦੇ ਮਨਾਂ ਵਿੱਚੋਂ ਵਚਨ ਕੱਢ ਲੈਂਦਾ ਹੈ। ਫਿਰ ਉਹ ਲੋਕ ਵਿਸ਼ਵਾਸ ਨਹੀਂ ਲਿਆਉਂਦੇ ਅਤੇ ਮੁਕਤੀ ਤੋਂ ਦੂਰ ਰਹਿ ਜਾਂਦੇ ਹਨ। ਇਹ ਜਿਹੇ ਲੋਕੀ ਰਾਹ ਵਿੱਚ ਡਿੱਗੇ ਬੀਜ ਵਰਗੇ ਹਨ। ਕੁਝ ਲੋਕੀ ਬੜੀ ਖੁਸ਼ੀ ਨਾਲ ਵਚਨ ਸੁਣਦੇ ਅਤੇ ਉਸ ਨੂੰ ਮੰਨ ਵੀ ਲੈਂਦੇ ਹਨ, ਪਰ ਜਦੋਂ ਉਹਨਾਂ ਉੱਤੇ ਵਚਨ ਦੇ ਕਾਰਨ ਹੋਈ ਪ੍ਰੀਖਿਆ ਆਉਂਦੀ ਹੈ ਤਾਂ ਉਹ ਆਪਣੇ ਵਿਸ਼ਵਾਸ ਤੋਂ ਡਿੱਗ ਪੈਂਦੇ ਹਨ। ਇਹੋ ਜਿਹੇ ਲੋਕੀ ਪਥਰੀਲੀ ਜ਼ਮੀਨ ਵਿੱਚ ਪਏ ਬੀਜ ਵਰਗੇ ਹਨ, ਜਿਹੜੇ ਜੜ ਨਹੀਂ ਫੜਦੇ। ਕੁਝ ਲੋਕੀ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਹਨ, ਪਰ ਅੱਗੇ ਜਾ ਕੇ ਇਸ ਸੰਸਾਰ ਦੀਆਂ ਚਿੰਤਾਵਾਂ, ਭੋਗ ਵਿਲਾਸ ਅਤੇ ਸੰਸਾਰਿਕ ਮੋਹ ਪਰਮੇਸ਼ਰ ਦੇ ਵਚਨ ਦਾ ਅਸਰ ਸਮਾਪਤ ਕਰ ਦਿੰਦੇ ਹਨ। ਇਹੋ ਜਿਹੇ ਲੋਕੀ ਕੰਡਿਆਲੀ ਝਾੜੀਆਂ ਵਿੱਚ ਡਿੱਗੇ ਬੀਜ ਵਰਗੇ ਹਨ, ਜਿਨ੍ਹਾਂ ਦਾ ਫਲ ਪੱਕਦਾ ਨਹੀਂ। ਪਰ ਕੁਝ ਲੋਕੀ ਵਚਨ ਸੁਣਦੇ ਹਨ, ਉਸ ਨੂੰ ਚੰਗੀ ਤਰ੍ਹਾਂ ਸਵੀਕਾਰ ਕਰਦੇ ਹਨ ਅਤੇ ਧੀਰਜ ਨਾਲ ਬਹੁਤ ਫਲ ਪੈਦਾ ਕਰਦੇ ਹਨ। ਇਹੋ ਜਿਹੇ ਲੋਕੀ ਚੰਗੀ ਉਪਜਾਊ ਜ਼ਮੀਨ ਵਿੱਚ ਡਿੱਗੇ ਬੀਜ ਵਰਗੇ ਹਨ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਰਵਾਦ ਬਰਕਤ ਦੇਵੇ। ਮੇਰੇ ਭਰਾਵੋ ਭੈਣੋ, ਜਦੋਂ ਲੋਕ ਪ੍ਰਭੂ ਯਿਸੂ ਦਾ ਵਚਨ ਸੁਣਨ ਲਈ ਆਉਂਦੇ ਸਨ, ਪ੍ਰਭੂ ਯਿਸੂ ਉਹਨਾਂ ਨਾਲ ਰੂਹਾਨੀ ਸੱਚਾਈ, ਸਪਿਰਿਚੁਅਲ ਟਰੂਥ ਵਾਲੀਆਂ ਗੱਲਾਂ ਰੂਪ ਕਥਾ, ਪੈਰਾਬਲ ਰਾਹੀਂ ਕਰਦੇ ਸਨ, ਤਾਂ ਕਿ ਲੋਕ ਸੌਖਾ ਪਰਮੇਸ਼ਰ ਦੇ ਰਾਜ ਦੀਆਂ ਗੱਲਾਂ ਸਮਝ ਸਕਣ। ਪ੍ਰਭੂ ਯਿਸੂ ਨੇ ਲੋਕਾਂ ਨੂੰ ਇੱਕ ਰੂਪ ਕਥਾ, ਪੈਰਾਬਲ ਸੁਣਾਈ, ਜਿਹੜੀ ਸੁਣਨ ਵਾਲਿਆਂ ਨੂੰ ਸੱਚਾਈ ਦੀ ਖੋਜ ਕਰਨ ਲਈ ਮਜਬੂਰ ਕਰਦੀ ਹੈ। ਇਹ ਕਹਾਣੀ ਉਹਨਾਂ ਲੋਕਾਂ ਨੂੰ ਨਹੀਂ ਸਮਝ ਲੱਗਦੀ ਜਿਹੜੇ ਸੁਸਤ ਜਾਂ ਡਲ ਹੁੰਦੇ ਹਨ। ਕਈ ਵਾਰ ਸਧਾਰਨ ਲੋਕ ਪਰਮੇਸ਼ਰ ਦੇ ਰਾਜ ਦੀਆਂ ਗੱਲਾਂ ਪ੍ਰਭੂ ਦੀ ਕਿਰਪਾ ਤੋਂ ਬਿਨਾਂ, ਪਵਿੱਤਰ ਆਤਮਾ ਦੀ ਸ਼ਕਤੀ ਤੋਂ ਬਿਨਾਂ ਸਮਝ ਨਹੀਂ ਸਕਦੇ। ਰੂਪ ਕਥਾ ਇਹ ਹੈ, ਪੈਰਾਬਲਸ ਇਹ ਹੈ ਕਿ ਇੱਕ ਕਿਸਾਨ ਇੱਕ ਵੱਡੇ ਖੇਤ ਵਿੱਚ ਆਪਣੀ ਮੁੱਠੀ ਕੀਮਤੀ ਬੀਜ ਨਾਲ ਭਰ ਕੇ ਛੱਟਾ ਦੇ ਰਿਹਾ ਸੀ। ਕੁਝ ਬੀਜ ਖੇਤਾਂ ਦੇ ਲਾਗੇ ਰਾਹ ਵਿੱਚ ਡਿੱਗ ਪਿਆ ਅਤੇ ਕੁਝ ਬੀਜ ਪਥਰੀਲੀ ਅਤੇ ਕੁਝ ਕੰਡਿਆਲੀ ਝਾੜੀਆਂ ਵਿੱਚ ਡਿੱਗ ਪੈਂਦਾ ਹੈ। ਕਿਸਾਨ ਦਾ ਨਿਸ਼ਾਨਾ ਹੁੰਦਾ ਹੈ ਕਿ
ਜਿੰਨਾ ਵੀ ਸੰਭਵ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਬੀਜ ਚੰਗੀ ਜਗ੍ਹਾ ਡਿੱਗ ਕੇ ਉੱਗ ਕੇ ਜੜ੍ਹਾਂ ਫੜ ਕੇ ਚੰਗਾ ਫਸਲ ਪੈਦਾ ਕਰੇ। ਪਰ ਕੁਝ ਬੀਜ ਦਾ ਵੇਸਟ ਹੋਣਾ, ਖਰਾਬ ਹੋ ਜਾਣਾ ਅਟਲ ਹੁੰਦਾ ਹੈ। ਜ਼ਰੂਰ ਕੁਝ ਬੀਜ ਖਰਾਬ ਹੁੰਦਾ ਹੈ। ਜਿਸ ਤਰ੍ਹਾਂ ਕੁਝ ਬੀਜ ਘੱਟ ਉਪਜਾਊ ਵਾਲੀ ਥਾਂ 'ਤੇ ਡਿੱਗ ਜਾਂਦਾ ਹੈ ਜਾਂ ਉੱਡ ਜਾਂਦਾ ਹੈ, ਪੰਛੀ ਉਸ ਨੂੰ ਚੁਗ ਲੈਂਦੇ ਹਨ। ਇਸ ਬੀਜ ਵਿੱਚੋਂ ਕੁਝ ਬੀਜ ਫਸਲ ਪੈਦਾ ਨਹੀਂ ਕਰਦੇ, ਭਾਵ ਕਿ ਇਸ ਵਿੱਚ ਵਫਾਦਾਰ ਕਿਸਾਨ ਜਾਂ ਬੀਜ ਦਾ ਕੋਈ ਗਲਤੀ ਜਾਂ ਦੋਸ਼ ਨਹੀਂ ਹੁੰਦਾ। ਜ਼ਮੀਨ ਉੱਤੇ ਨਿਰਭਰ ਹੈ, ਕਿਸ ਕਿਸਮ ਦੀ ਜ਼ਮੀਨ ਹੈ, ਕਿੱਥੇ ਬੀਜ ਡਿੱਗਦਾ ਹੈ। ਸੋ ਮੇਰੇ ਭੈਣ ਭਰਾਵੋ, ਇਹ ਸਾਡੀ ਜ਼ਿੰਮੇਵਾਰੀ ਹੈ ਬੀਜ ਨੂੰ, ਪਰਮੇਸ਼ਰ ਦੇ ਵਚਨ ਨੂੰ, ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਲੋਕਾਂ ਦੇ ਦਿਲਾਂ ਵਿੱਚ ਫੈਲਾਉਣਾ ਹੈ, ਵਧਾਉਣਾ ਹੈ। ਪਰ ਉਹਦੇ ਵਚਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਪਰ ਸਾਨੂੰ ਆਪਣਾ ਹੌਸਲਾ ਨਹੀਂ ਛੱਡਣਾ ਚਾਹੀਦਾ ਜਦੋਂ ਸਾਡੀਆਂ ਕੋਸ਼ਿਸ਼ਾਂ ਸਫਲ ਨਹੀਂ ਹੁੰਦੀਆਂ, ਜਾਂ ਕੋਈ ਜਦੋਂ ਅਸੀਂ ਵਚਨ ਸੁਣਦੇ ਹਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਯਾਦ ਰੱਖੋ ਕਿ ਹਰ ਬੀਜ ਚੰਗੀ ਉਪਜਾਊ ਵਾਲੀ ਜ਼ਮੀਨ ਉੱਤੇ ਨਹੀਂ ਡਿੱਗਦਾ। ਲੋਕਾਂ ਦੀ ਭੀੜ ਪ੍ਰਭੂ ਯਿਸੂ ਦੇ ਰੂਪ ਕਥਾ ਦੇ ਵਚਨ ਚੰਗੀ ਤਰ੍ਹਾਂ ਨਹੀਂ ਸਮਝੇ। ਸ਼ਾਇਦ ਉਸ ਸਮੇਂ ਦੇ ਲੋਕ ਇੱਕ ਮਿਲਟਰੀ ਲੀਡਰ ਜਾਂ ਕੋਈ ਰਾਜਨੀਤਿਕ ਮਸਾਇਆ ਦੀ ਉਡੀਕ ਕਰ ਰਹੇ ਸਨ। ਉਹ ਪ੍ਰਭੂ ਯਿਸੂ ਦੀਆਂ ਸਿੱਖਿਆਵਾਂ ਉੱਪਰ ਕੋਈ ਧਿਆਨ ਨਹੀਂ ਦਿੰਦੇ ਸਨ। ਸ਼ਾਇਦ ਉਹ ਧਾਰਮਿਕ ਲੀਡਰਾਂ ਤੋਂ ਡਰਦੇ ਹੋਣ ਅਤੇ ਪ੍ਰਭੂ ਦੇ ਵਚਨ ਨੂੰ ਬਹੁਤ ਡੂੰਘਾਈ ਨਾਲ ਸੋਚਣਾ ਨਾ ਚਾਹੁੰਦੇ ਹੋਣ। ਪਰਮੇਸ਼ਰ ਨੇ ਯਸਾਇਆ ਨਬੀ ਨੂੰ ਕਿਹਾ ਸੀ ਕਿ ਲੋਕ ਵਚਨ ਸੁਣਨਗੇ ਪਰ ਸਮਝਣਗੇ ਨਹੀਂ। ਦੇਖਣ ਸਮੇਂ ਵੀ ਉਹ ਦੇਖ ਨਹੀਂ ਸਕਦੇ, ਕਿਸੇ ਗੱਲ ਦੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ। ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਜ਼ਾਇਆ ਚੈਪਟਰ 6 verses 9 and 10। ਯਸਾਇਆ ਦੀ ਪੁਸਤਕ ਚੈਪਟਰ 6 9 ਤੋਂ 10 ਆਇਤਾਂ। ਇਸ ਕਿਸਮ ਦੀਆਂ ਹਰਕਤਾਂ, ਰਿਐਕਸ਼ਨ ਪ੍ਰਭੂ ਯਿਸੂ ਦੇ ਸਾਹਮਣੇ ਆਈਆਂ ਹਨ। ਕਿਸਾਨ ਦੀ ਕਹਾਣੀ ਲੋਕਾਂ ਦੀਆਂ ਹਰਕਤਾਂ, ਰਿਐਕਸ਼ਨ ਦੀ ਬਿਲਕੁਲ ਇੱਕ ਠੀਕ ਤਸਵੀਰ ਸਾਹਮਣੇ ਆਉਂਦੀ ਹੈ। ਫੁੱਟਪਾਥ ਰਾਹ ਦਾ ਭਾਵ ਉਸ ਸਮੇਂ ਦੇ ਬਹੁਤ ਸਾਰੇ ਧਾਰਮਿਕ ਲੀਡਰਾਂ ਵਰਗੇ ਲੋਕ ਜਿਹੜੇ ਪਰਮੇਸ਼ਰ ਦੇ ਮੈਸੇਜ, ਸੰਦੇਸ਼ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ ਸਨ, ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਸਨ। ਪਥਰੀਲੀ ਜ਼ਮੀਨ, ਭੀੜ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਪ੍ਰਭੂ ਯਿਸੂ ਦੇ ਪਿੱਛੇ ਚੱਲਦੇ ਸਨ, ਪ੍ਰਭੂ ਯਿਸੂ ਦੇ ਮੈਸੇਜ ਵਿੱਚ ਵਿਸ਼ਵਾਸ ਕਰਦੇ ਸਨ, ਪਰ ਉਹ ਉਹਨਾਂ ਵਚਨਾਂ ਉੱਪਰ ਕਦੀ ਵੀ ਅਮਲ ਨਹੀਂ ਕਰਦੇ ਸਨ। ਥੋਨ ਪਾਤ, ਕੰਡਿਆਲੀ ਝਾੜੀਆਂ ਵਰਗੇ ਲੋਕ ਜਿਨ੍ਹਾਂ ਉੱਪਰ ਚਿੰਤਾਵਾਂ, ਸੰਸਾਰਕ ਮੋਹ ਲਾਭ, ਭੋਗ ਵਿਲਾਸ ਆਦਿ ਕਾਬੂ ਪਾ ਦਿੰਦੇ ਹਨ। ਇਹਨਾਂ ਦੇ ਕਾਰਨ ਹੀ ਪਰਮੇਸ਼ਰ ਦੇ ਵਚਨ ਦਾ ਉਹਨਾਂ ਉੱਪਰ ਕੋਈ ਅਸਰ ਨਹੀਂ ਹੁੰਦਾ, ਕੋਈ ਫਲ ਪੈਦਾ ਨਹੀਂ ਹੁੰਦਾ। ਪਰਮੇਸ਼ਰ ਲਈ ਉਹਨਾਂ ਦੇ ਦਿਲਾਂ ਵਿੱਚੋਂ ਕੋਈ ਜਗ੍ਹਾ ਨਹੀਂ ਹੁੰਦੀ। ਜੋ ਪਰਮੇਸ਼ਰ ਦਾ ਵਚਨ ਸੁਣਦੇ ਹਨ ਉਹਨਾਂ ਦੇ ਉੱਪਰ ਕੋਈ ਅਸਰ ਨਹੀਂ ਕਰਦੇ। ਗੁੱਡ ਸੋਇਲ, ਚੰਗੀ ਉਪਜਾਊ ਵਾਲੀ ਜ਼ਮੀਨ ਵਰਗੇ ਉਹ ਲੋਕ ਜਿਹੜੇ ਪਰਮੇਸ਼ਰ ਦੇ ਵਚਨ ਨੂੰ ਸੁਣਦੇ, ਸਵੀਕਾਰ ਕਰਦੇ ਹਨ, ਵਚਨ ਨੂੰ ਆਪਣੇ ਦਿਲਾਂ ਦੀ ਗਹਿਰਾਈ ਤੱਕ ਲੈ ਕੇ ਜਾਂਦੇ ਹਨ, ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ, ਪਰਮੇਸ਼ਰ ਦੇ ਹੁਕਮਾਂ ਅਤੇ ਵਿਧੀਆਂ ਦੀ ਪਾਲਣਾ ਕਰਦੇ ਹਨ, ਆਪਣੇ ਤੋਂ ਬਹੁਤ ਫਲ ਪੈਦਾ ਕਰਦੇ ਹਨ। ਸੋ ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਦੇ ਨਾਮ ਨੂੰ ਵਧਾਓ, ਫੈਲਾਓ। ਕਿਸਾਨ ਵਾਂਗ ਬੀਜ ਦਾ ਛੱਟਾ ਖਿਲਾਰਦੇ ਜਾਓ। ਬੀਜ ਭਾਗ ਵਚਨ ਨੂੰ ਵਧਾਓ, ਫੈਲਾਓ। ਸਭ ਆਪਣੇ ਭੈਣ ਭਰਾਵਾਂ ਨੂੰ ਪ੍ਰਭੂ ਦਾ ਵਚਨ ਸੁਣਾਓ। ਪਰਮੇਸ਼ਰ ਤੋਂ ਇਨਾਮ
ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹੋ। ਸੋ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਅਤੇ ਪ੍ਰਭੂ ਪਰਮੇਸ਼ਰ ਆਪ ਸਭ ਨੂੰ ਅਤੇ ਮੈਨੂੰ ਵੀ ਮਾਫ਼ ਕਰਕੇ ਸਵਰਗਾਂ ਦੀ ਸੰਤਾਨ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਪ੍ਰਭੂ ਜੀ ਅੱਜ ਦੇ ਵਚਨਾਂ ਦੇ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਜਿੰਨੇ ਸਾਡੇ ਭੈਣ ਭਰਾ ਦਾ ਵਚਨ ਸੁਣਦੇ ਹਨ, ਪੜ੍ਹਦੇ ਹਨ, ਪ੍ਰਭੂ ਯਿਸੂ ਸਭ ਤੇ ਰਹਿਮ ਕਰਨ, ਦਇਆ ਕਰਨੀ, ਕਿਰਪਾ ਕਰਨੀ, ਪਵਿੱਤਰ ਆਤਮਾ ਦੀ ਸ਼ਕਤੀ ਦੇਣੀ ਪ੍ਰਭੂ ਜੀ। ਸਾਡੇ ਵਿਸ਼ਵਾਸ ਨੂੰ ਵਧਾਉਣਾ ਪ੍ਰਭੂ ਯਿਸੂ ਜੀ, ਕਿ ਅਸੀਂ ਆਪਣੇ ਵਿਸ਼ਵਾਸ ਦੇ ਰਾਹੀਂ ਚੰਗੀ ਗਵਾਹੀ ਦੇ ਸਕੀਏ, ਆਪਣੇ ਭੈਣ ਭਰਾਵਾਂ ਨੂੰ ਵੀ ਆਪਦਾ ਵਚਨ ਸੁਣਾ ਸਕੀਏ, ਆਪਦਾ ਨਾਮ ਸੁਣਾ ਸਕੀਏ, ਕਿ ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਾਈ ਹੋਵੇ, ਉਸ ਤੋਂ ਹੋਰ ਜ਼ਿਆਦਾ ਫਲ ਪੈਦਾ ਕਰੀਏ। 100 ਗੁਣਾ ਨਹੀਂ, 60 ਗੁਣਾ ਨਹੀਂ, 30 ਗੁਣਾ ਨਹੀਂ, ਹਜ਼ਾਰਾਂ ਗੁਣਾ ਫਲ ਪੈਦਾ ਕਰੀਏ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਪ੍ਰਭੂ ਯਿਸੂ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ, ਧੰਨਵਾਦ, ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਜੀਸਸ, ਹਾਲੇਲੂਇਆ। ਪ੍ਰਭੂ ਜੀ, ਥੈਂਕ ਯੂ ਜੀਸਸ, ਧੰਨਵਾਦ ਪ੍ਰਭੂ ਯਿਸੂ। ਪ੍ਰੇਜ਼ ਦ ਲੋਰਡ ਜੀਸਸ, ਹਾਲੇਲੂਇਆ। सब भैन भरा मिल के प्रभु पितर चरण चढ़ के दुआ करिए, प्रार्थना करिए। हालेलुया, थैंक यू प्रभु जी, थैंक यू जीसस, प्रेज द लॉर्ड जीसस, हालेलुया, हालेलुया यीशु, थैंक यू जीसस, थैंक यू जीसस, mighty God, heavenly Father, we worship you, you creator of heaven and earth. Hallelujah, thank you, praise the Lord, mighty God, thank you Jesus, praise the Lord Jesus, thank you Jesus, we believe you, trust in you Lord Jesus, your Savior, the whole world Lord Jesus, thank you Jesus, we adore you Lord Jesus, praise the Lord Jesus, thank you पिता परमेश्वर सर्व सृष्टि रचनहारे सर्व शक्तिमान साडे मुक्तता यीशु मसीह, ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਦੇ ਅੱਜ ਦੇ ਵਕਤ ਦੇ ਸਮੇਂ ਲਈ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਅੱਜ ਦੇ ਵਚਨਾਂ ਲਈ ਧੰਨਵਾਦ ਕਰਦੇ ਪ੍ਰਭੂ ਯਿਸੂ, ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਹੇ, ਸੁਣ ਰਹੇ, ਆਪਦੇ ਅੱਗੇ ਦੁਆਵਾਂ ਕਰਦੇ, ਬੇਨਤੀ ਪ੍ਰਭੂ ਯਿਸੂ ਸਭ ਤੇ ਰਹਿਮ ਕਰ, ਦਇਆ ਕਰਨੀ, ਕਿਰਪਾ ਕਰਨੀ ਪ੍ਰਭੂ ਯਿਸੂ। ਆਪਦੇ ਪਿਤਾ ਨਾਲ ਛੂ ਕੇ ਸਾਨੂੰ ਤੰਦਰੁਸਤੀ ਚੰਗਾਈ ਦੇਣੀ ਪ੍ਰਭੂ ਯਿਸੂ ਜੀ। ਸਾਡੇ ਸਰੀਰ 'ਚ ਕੋਈ ਵੀ ਦੁੱਖ ਤਕਲੀਫ ਬਿਮਾਰੀ ਕਮਜ਼ੋਰ ਹੈ ਪ੍ਰਭੂ ਯਿਸੂ ਜੀ, ਸਾਡੇ ਤੇ ਰਹਿਮ ਕਰ, ਦਇਆ ਕਰਨੀ, ਕਿਰਪਾ ਕਰਨੀ, ਸਾਨੂੰ ਤੰਦਰੁਸਤੀ ਚੰਗਾਈ ਦੇਣੀ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ ਯਿਸੂ ਨਾਮ ਸੀ। ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਪ੍ਰਭੂ ਯਿਸੂ ਨਾਮ ਸੀ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਪ੍ਰਭੂ ਯਿਸੂ ਨਾਮ ਸੀ। ਸਾਡੇ ਸਭ ਤੇ ਰਹਿਮ ਤੇ ਕੀਤਾ, ਦਇਆ ਕੀਤੀ ਪ੍ਰਭੂ ਯਿਸੂ। ਸਾਡੇ ਦਿਲਾਂ ਵਿੱਚ ਆਪਦਾ ਬੀਜਿਆ ਪ੍ਰਭੂ ਯਿਸੂ, ਸਾਡੇ ਵਿਸ਼ਵਾਸ ਨੂੰ ਵਧਾਇਆ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਸਾਨੂੰ ਹਮੇਸ਼ਾ ਜ਼ਿੰਦਗੀ ਬਖਸ਼ੀ ਆ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ ਯਿਸੂ ਨਾਮ ਸੀ। ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਪ੍ਰਭੂ ਯਿਸੂ ਨਾਮ ਸੀ। ਸਾਨੂੰ ਪੁੱਤਰ ਆਤਮਾ ਦੀ ਸ਼ਕਤੀ ਤੋਂ ਬਲ ਦੋ ਤਾਕਤ ਦੋ, ਅਸੀਂ ਆਪਣੇ ਦੂਸਰੇ ਭੈਣ ਭਰਾਵਾਂ ਨੂੰ ਆਪਦਾ ਵਚਨ ਸੁਣਾ ਸਕੀਏ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ ਯਿਸੂ ਨਾਮ ਸੀ। ਆਪਦੇ ਵਚਨ ਕਹਿੰਦੇ ਹਨ, ਕੇਵਲ ਪ੍ਰਭੂ ਯਿਸੂ ਨੂੰ ਆਪਣੇ ਹਥਿਆਰ ਦੇ ਤੌਰ ਤੇ ਪਾ ਲਵੋ ਅਤੇ ਸਰੀਰਕ ਵਾਸ਼ਨਾ ਦੀ ਤ੍ਰਿਪਤੀ ਦਾ ਧਿਆਨ ਛੱਡ ਦੇਵੋ। ਹਾਲੇਲੂਇਆ, ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਪ੍ਰਭੂ ਯਿਸੂ ਨਾਮ ਸੀ। ਆਪਦੇ ਵਚਨ ਸੱਚੇ ਹਨ, ਪਿਤਰਾਂ ਤਹਨਾਂ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਆਪਦੇ ਵਚਨ ਦੋ ਤਾਜ ਤਲਵਾਰ ਤੋਂ ਵੀ ਤਿੱਖੇ ਹਨ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ ਯਿਸੂ ਨਾਮ ਸੀ। ਤੇਰਾ ਨਾਮ ਪਵਿੱਤਰ ਨਾ ਸ਼ੁੱਧ ਹੈ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਆਪਦੇ ਵਚਨ ਸੱਚੇ ਹਨ, ਪਿਤਰਾਂ ਤਹਨਾਂ ਪ੍ਰਭੂ ਯਿਸੂ। ਆਪਦੇ ਮੂੰਹ ਵਿੱਚੋਂ ਇੱਕ ਵਚਨ ਦੇ ਨਾਲ ਮੁਰਦੇ ਕਬਰਾਂ ਚੋਂ ਬਾਹਰ ਆ ਜਾਂਦੇ ਹਨ ਪ੍ਰਭੂ ਯਿਸੂ ਨਾਮ ਸੀ। ਯਕੀਨ ਕਰਦੇ, ਵਿਸ਼ਵਾਸ ਕਰਦੇ ਹਾਂ, ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਹੈ, ਤੰਦਰੁਸਤੀ ਮਿਲਦੀ ਹੈ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਆਪਦੇ ਸ਼ਕਤੀਸ਼ਾਲੀ ਔਰ ਮਹਾਨ ਔਰ ਸ਼ਕਤੀਸ਼ਾਲੀ ਪ੍ਰਭੂ ਯਿਸੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਆਪਦੇ ਅੱਗੇ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ ਉਹਨਾਂ ਭੈਣ ਭਰਾਵਾਂ ਲਈ ਜਿਹੜੇ ਸਾਡੇ ਭੈਣ ਭਰਾ ਘਰਾਂ ਵਿੱਚ ਮਾਰਨ, ਹਸਪੀਟਲ 'ਚ ਮਾਰਨ ਪ੍ਰਭੂ ਯਿਸੂ ਜੀ। ਜੋ ਵੀ ਉਹਨਾਂ ਸਰੀਰ 'ਚ ਦੁੱਖ ਤਕਲੀਫ ਬਿਮਾਰੀ ਕਮਜ਼ੋਰੀ ਹੈ ਪ੍ਰਭੂ ਯਿਸੂ ਜੀ, ਪਲੀਜ਼ ਵਾਸਤੇ ਰਹਿਮ ਕਰੋ, ਦਇਆ ਕਰੋ, ਉਹਨਾਂ ਦੀ ਕਿਰਪਾ ਕਰੋ ਪ੍ਰਭੂ ਯਿਸੂ ਨਾਮ ਸੀ। ਉਹਨਾਂ ਨੂੰ ਤੰਦਰੁਸਤੀ ਚੰਗਾਈ ਦਿਓ ਪ੍ਰਭੂ ਯਿਸੂ ਜੀ। ਅਸੀਂ ਆਪਣੇ ਭਰਾ ਮਸਲੇ ਦੁਆ ਕਰਦੇ ਹਾਂ, ਜੋ ਵੀ ਉਹਦੇ ਸਰੀਰ 'ਚ ਕਮਜ਼ੋਰੀ ਹੈ ਪ੍ਰਭੂ ਯਿਸੂ ਜੀ, ਪਲੀਜ਼ ਆਪਦੇ ਹੱਥਾਂ ਨਾਲ ਛੂਹ ਕੇ ਉਹਨਾਂ ਨੂੰ ਤੰਦਰੁਸਤੀ ਚੰਗਾਈ ਦਿਓ ਪ੍ਰਭੂ ਯਿਸੂ ਜੀ। ਨਰਸਾਂ ਲਈ, ਡਾਕਟਰਾਂ ਲਈ, ਹਸਪੀਟਲ 'ਚ ਕੰਮ ਕਰਨ ਵਾਲੇ ਭੈਣ ਭਰਾ ਦੁਆ ਕਰਦੇ ਹਾਂ, ਜਿਹੜੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ ਪ੍ਰਭੂ ਯਿਸੂ ਜੀ। ਉਹਨਾਂ ਸਭ ਭੈਣ ਭਰਾਵਾਂ ਨੂੰ ਇਹ ਜੋ ਗੰਭੀਰ ਬਿਮਾਰੀਆਂ ਸੰਸਾਰ 'ਚ ਫੈਲੀਆਂ, ਇਹਨਾਂ ਸਭ ਬਿਮਾਰੀਆਂ ਤੋਂ ਉਹਨਾਂ ਨੂੰ ਬਚਾ ਕੇ ਰੱਖੋ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ ਯਿਸੂ। ਅਸੀਂ ਦੁਆ ਕਰਦੇ ਹਾਂ ਗਰੀਬ ਲੋੜਾਂ ਦੇ ਭੈਣ ਭਰਾਵਾਂ ਯਿਸੂ ਨਾਲ ਅਸੀਂ ਉਹਨਾਂ ਦੀ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰੋ ਪ੍ਰਭੂ ਯਿਸੂ ਜੀ। ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ, ਉਹਨਾਂ ਨੂੰ ਖਾਣ ਨੂੰ ਭੋਜਨ ਦਿੰਦੇ ਹਨ, ਪਲੀਜ਼ ਪ੍ਰਭੂ ਯਿਸੂ ਉਹਨਾਂ 'ਤੇ ਰਹਿਮ ਕਰ, ਦਇਆ ਕਰਨੀ, ਉਹਨਾਂ ਦੇ ਦੁਆ, ਉਹਨਾਂ ਦੀ ਪ੍ਰਾਰਥਨਾ ਸੁਣਨਾ, ਉਹਨਾਂ ਦੀ ਪ੍ਰਾਰਥਨਾ ਸੁਣਨਾ ਪ੍ਰਭੂ ਯਿਸੂ। ਉਹਨਾਂ ਦੇ ਕੰਮਾਂ ਕਾਰਾਂ 'ਚ ਬਰਕਤ ਦੇਣੀ, ਉਹਨਾਂ ਦੇ ਘਰ ਵਿੱਚ ਸ਼ਾਂਤੀ ਦੇਣੀ ਪ੍ਰਭੂ ਯਿਸੂ ਨਾਲ ਅਸੀਂ। ਉਹਨਾਂ ਬੱਚਿਆਂ 'ਤੇ ਰਹਿਮ ਕਰਨ, ਦਇਆ ਕਰਨੀ ਪ੍ਰਭੂ ਯਿਸੂ। ਉਹਨਾਂ ਦੇ ਕੰਮਾਂ 'ਚ ਕਾਰਾਂ 'ਚ ਬਰਕਤ ਪਾਣੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ। ਅਸੀਂ ਉਹਨਾਂ ਦੁਆ ਕਰਦੇ ਭੈਣ ਭਰਾਵਾਂ ਲਈ ਪ੍ਰਭੂ ਯਿਸੂ ਨਾਲ ਅਸੀਂ, ਜਿਨ੍ਹਾਂ ਦੇ ਕੋਲ ਬੱਚਿਆਂ ਦੀ ਔਲਾਦ ਨਹੀਂ ਪ੍ਰਭੂ ਯਿਸੂ ਜੀ, ਪਲੀਜ਼ ਉਹਨਾਂ ਭੈਣਾਂ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ। ਉਹਨਾਂ ਲੰਮੇ ਸਮੇਂ ਤੋਂ ਬੱਚਿਆਂ ਦੀ ਔਲਾਦ ਨਹੀਂ ਪ੍ਰਭੂ ਯਿਸੂ, ਪਲੀਜ਼ ਉਹਨਾਂ ਦੀ ਪ੍ਰਾਰਥਨਾ ਸੁਣੋ, ਉਹਨਾਂ ਬੱਚਿਆਂ ਦਾ ਵਰਦਾਨ ਦਿਓ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ। ਪ੍ਰਚਾਰ ਕਰਨਾ ਭੈਣ ਭਰਾਵਾਂ ਦੁਆ ਕਰਦੇ ਹਾਂ, ਬਿਸ਼ਪ ਲੋਕ, ਫਾਦਰ ਲੋਕ, ਸਿਸਟਰਸ, ਪਾਸਟਰ ਲੋਕ, ਚਰਚਾਂ ਦੇ ਲੀਡਰ ਤੇਰੇ ਨਾਮ ਨੂੰ ਵਧਾਉਂਦੇ ਹਾਂ, ਫੈਲਾਉਂਦੇ ਹਾਂ ਪ੍ਰਭੂ ਯਿਸੂ ਨਾਲ ਅਸੀਂ। ਉਹਨਾਂ ਸਭ ਤੇ ਰਹਿਮ ਕਰੋ, ਦਇਆ ਕਰੋ,
ਆਉਣ ਵਾਲੇ ਵਕਤ ਵਿੱਚ ਨੂੰ ਪਵਿੱਤਰ ਆਤਮਾ ਅਗਵਾਈ ਕਰੋ ਵੀ ਯਿਸੂ ਜੀ। ਥੈਂਕ ਯੂ ਪ੍ਰਭੂ, ਥੈਂਕ ਯੂ ਜੀਸਸ। ਜੇ ਸਾਡੇ ਭੈਣ ਭਰਾ ਆਪਦੇ ਵਚਨ ਦੇ ਖਾਤਰ, ਆਪਦੇ ਨਾਮ ਦੀ ਖਾਤਰ ਉਹਨਾਂ ਦੇ ਜ਼ੁਲਮ ਹੁੰਦੇ ਆ, ਅਤਿਆਚਾਰ ਹੁੰਦੇ ਪ੍ਰਭੂ ਯਿਸੂ ਜੀ, ਉਹਨਾਂ ਸਭ ਤੇ ਰਹਿਮ ਕਰੋ, ਦਇਆ ਕਰੋ, ਕਿਰਪਾ ਕਰੋ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ ਹਾਲੇਲੂਇਆ ਯਿਸੂ। ਅਸੀਂ ਵਿਸ਼ਵਾਸ ਕਰਦੇ ਨੇ, ਇੱਛਾ ਕਰਦੇ ਹਾਂ ਤੁਸੀਂ ਸਭ ਦੀ ਦੁਆ ਸੁਣਦੇ ਪ੍ਰਭੂ ਯਿਸੂ ਜੀ। ਅਸੀਂ ਦੁਆ ਕਰਦੇ ਹਾਂ ਸਾਡੇ ਭਰਾ ਨੌਜਵਾਨ ਭਰਾ ਡਰੁੱਗ ਕਰਦੇ, ਨਸ਼ਾ ਕਰਦੇ, ਪਲੀਜ਼ ਯਿਸੂ ਨਾਮ ਅਸੀਂ ਉਹਨਾਂ ਨੂੰ ਇਹ ਬੁਰੀਆਂ ਆਦਤਾਂ ਤੋਂ ਬਚਾ ਕਰੋ ਯਿਸੂ ਜੀ। ਥੈਂਕ ਯੂ ਪ੍ਰਭੂ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਅਸੀਂ ਉਸ ਭੈਣ ਦੇ ਲਈ ਦੁਆ ਕਰਦੇ ਹਾਂ ਜਿਸ ਦਾ ਪਤੀ ਬਹੁਤ ਡਰੁੱਗ ਕਰਦਾ ਪ੍ਰਭੂ ਯਿਸੂ ਨਾਮ ਅਸੀਂ, ਪਲੀਜ਼ ਯਿਸੂ ਉਹ ਭੈਣ ਬਹੁਤ ਪਰੇਸ਼ਾਨ ਹੈ, ਪ੍ਰਭੂ ਯਿਸੂ ਉਸ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ ਪ੍ਰਭੂ ਯਿਸੂ ਨਾਮ ਅਸੀਂ, ਪਲੀਜ਼ ਯਿਸੂ ਨਾਮ ਅਸੀਂ ਉਸ ਭਰਾ ਨੂੰ ਤੁਸੀਂ ਇਹ ਡਰੁੱਗ ਵਾਲੀ ਆਦਤਾਂ ਤੋਂ ਬਚਾ ਕੇ ਰੱਖੋ ਯਿਸੂ ਨਾਮ ਅਸੀਂ, ਚੰਗੇ ਸੋਚ ਵਿਚਾਰ ਦਿਓ ਪ੍ਰਭੂ ਯਿਸੂ, ਉਹਨਾਂ ਦੇ ਕਮਰੇ ਸ਼ਾਂਤੀ ਪੈਦਾ ਕਰੋ ਯਿਸੂ ਨਾਮ ਅਸੀਂ, ਉਹਨਾਂ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ ਪ੍ਰਭੂ ਯਿਸੂ ਨਾਮ ਅਸੀਂ, ਉਹਨਾਂ ਦੇ ਬੱਚਿਆਂ ਦਾ ਵਰਦਾਨ ਦਿਓ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ, ਥੈਂਕ ਯੂ ਜੀਸਸ, ਹਾਲੇਲੂਇਆ ਹਾਲੇਲੂਇਆ ਯਿਸੂ ਨਾਮ ਅਸੀਂ ਤੇਰਾ ਨਾਮ ਪਵਿੱਤਰ ਤੇਰਾ ਸ਼ੁੱਧ ਪ੍ਰਭੂ ਯਿਸੂ। ਅਸੀਂ ਯਕੀਨ ਕਰਦੇ ਵਿਸ਼ਵਾਸ ਕਰਦੇ ਤਾਂ ਆਪ ਸਵਰਗਾਂ ਚੋਂ ਆਪਦੇ ਪਿਤਾ ਸੱਜੇ ਪਾਸੇ ਬੈਠੇ ਹੋ, ਸਭ ਦੀ ਦੁਆ ਸੁਣਦੇ ਹੋ, ਸਾਡੀ ਵੀ ਦੁਆ ਸੁਣਨਾ ਕਬੂਲ ਕਰਨਾ, ਆਪਦੇ ਪਿਤਾ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰਕੇ ਮੰਗਦੇ ਹਾਂ, ਆਮੀਨ ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਧੰਨਵਾਦ ਪ੍ਰਭੂ ਯਿਸੂ, ਧੰਨਵਾਦ ਪ੍ਰਭੂ ਯਿਸੂ ਜੀ। ਪ੍ਰਭੂ ਯਿਸੂ ਮਸੀਹ ਦੀ ਸਿਖਾਈ ਪ੍ਰਾਰਥਨਾ ਐ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇ ਰਾਜ ਜਾਵੇ, ਤੇਰੀ ਮਰਜ਼ੀ ਜਿਹੜੀ ਆਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਪੂਰੀ ਹੋਵੇ। ਸਾਡੀ ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹੀ ਕੁਦਰਤ ਜਲਾਲ ਸਦਾ ਤੇ ਹਮੇਸ਼ਾ ਆਪਦੇ ਹਨ, ਆਮੀਨ ਆਮੀਨ। ਥੈਂਕ ਯੂ ਜੀਸਸ। ਮਾਂ ਮਰੀਅਮ, ਸੰਤ ਰੀਮਾ ਟਰੀਜ਼ਾ, ਸੰਤ ਯੂਸੁਫ, ਸੰਤ ਮਾਈਕਲ, ਸੰਤ ਜਬਰਾਇਲ, ਸੰਤ ਫਾਇਲ, ਸਾਰੇ ਸੰਤ ਅਤੇ ਫਰਿਸ਼ਤਿਆਂ ਨੂੰ ਅਸੀਂ ਸਿਫਾਰਿਸ਼ ਕਰਦੇ ਹਾਂ, ਕਿਉਂਕਿ ਉਹ ਸਭ ਸਵਰਗਾਂ ਵਿੱਚ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਤਖ਼ਤ ਦੇ ਇਰਦ ਗਿਰਦ ਬੈਠ ਕੇ ਦਿਨ ਰਾਤ ਉਹਨਾਂ ਦੀ ਭਗਤੀ ਕਰਦੇ ਹਨ। ਅਸੀਂ ਇਹਨਾਂ ਨੂੰ ਸਿਫਾਰਿਸ਼ ਕਰਦੇ ਹਾਂ ਕਿ ਪ੍ਰਭੂ ਯਿਸੂ ਉਹਨਾਂ ਸਭ ਭੈਣ ਭਰਾਵਾਂ ਨੂੰ ਤੰਦਰੁਸਤੀ ਚੰਗਾਈ ਦੇਵੇ ਜਿਹੜੇ ਸਾਡੇ ਭੈਣ ਭਰਾ ਬਿਮਾਰ ਹਨ, ਉਹਨਾਂ ਸਭ ਲਈ ਦੁਆ ਕਰੋ, ਪ੍ਰਾਰਥਨਾ ਕਰੋ। ਪਲੀਜ਼ ਮਾਂ ਮਰੀਅਮ, ਪਲੀਜ਼ ਅਸੀਂ ਆਪ ਨੂੰ ਸਿਫਾਰਿਸ਼ ਕਰਦੇ ਹਾਂ ਆਦੇ ਪੁੱਤਰ ਯਿਸੂ ਮਸੀਹ ਜੋ ਸਾਡਾ ਮੁਕਤੀ ਦਾਤਾ ਹੈ, ਜਿਸ ਨੇ ਸਾਡੇ ਦੁੱਖ ਸਹਿ ਮੁਸ਼ਕਿਲਾਂ ਸੇ ਪਵਿੱਤਰ ਖੂਨ ਦੀ ਕੁਰਬਾਨੀ ਦਿੱਤੀ ਹੈ, ਸਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਪਲੀਜ਼ ਮਾਂ ਮਰੀਅਮ ਆਪਦੇ ਪੁੱਤਰ ਕੋ ਸਾਡੇ ਲਈ ਦੁਆ ਕਰ, ਪ੍ਰਾਰਥਨਾ ਕਰ। ਜਿੰਨੇ ਵੀ ਭੈਣ ਭਰਾ ਪ੍ਰਭੂ ਦਾ ਕੰਮ ਕਰਦੇ ਹਨ, ਪ੍ਰਭੂ ਦਾ ਵਚਨ ਸੁਣਦੇ ਹਨ, ਜੇ ਸੁਣਨ ਵਾਲੇ ਉਹਨਾਂ ਦੇ ਲਈ ਵੀ ਦੁਆ ਕਰੋ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ, ਬਲ ਦੇਵੇ, ਤਾਕਤ ਦੇਵੇ, ਆਮੀਨ ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਸਲਾਮੇ ਮਰੀਮ ਫਜਨਾ ਪਰੀ ਖੁਦਾਵੰਦ ਤੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਾਨਾ ਤੇਰੇ ਪੇਟ ਦਾ ਫਲ ਯਿਸੂ। ਐਜ਼ਤ ਮਰੀਮ ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ, ਆਮੀਨ। ਬਾਪ ਬੇਟਾ ਤਰੂਪਾ ਦੀ ਵਡਿਆਈ ਹੋਵੇ, ਜਿਹੜੇ ਮੁੱਢੋਂ ਸੰਤ ਹਮੇਸ਼ਾ ਹੋਵੇਗੀ, ਆਮੀਨ। ਐ ਮਿਹਨਤ ਮੇਵਾ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਿਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸੁਰਗ ਖਿੱਚ ਲੈ, ਖਾਸ ਕਰਕੇ ਉਹਨਾਂ ਤੇ ਰਹਿਮਤ ਦੇ ਬਹੁਤ ਲੋੜਵੰਦ ਹਨ, ਆਮੀਨ। ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਧੰਨਵਾਦ ਪ੍ਰਭੂ ਯਿਸੂ, ਧੰਨਵਾਦ ਪ੍ਰਭੂ ਯਿਸੂ। ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਦਇਆ ਤੇ ਸ਼ਾਂਤੀ, ਪਰਮੇਸ਼ਰ ਦਾ ਪਿਆਰ, ਪਵਿੱਤਰ ਆਤਮਾ ਦੀ ਸੰਗਤ ਸਾਡੇ ਸਭ ਭੈਣ ਭਰਾ ਦੇ ਨਾਲ ਹੋਵੇ, ਆਮੀਨ ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪ੍ਰਭੂ ਯਿਸੂ। ਗੋਡ ਬਲੈਸ ਯੂ। ਵੀ ਸੀ ਯੂ ਮੰਡੇ, ਫਿਰ ਸੋਮਵਾਰ ਮਿਲਾਂਗੇ। ਮੇਰੇ ਲਈ ਵੀ ਦੁਆ ਕਰਨਾ, ਮੈਂ ਵੀ ਆਪ ਸਾਰਿਆਂ ਲਈ ਦੁਆ ਕਰਾਂਗਾ, ਆਮੀਨ ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਬਾਪ ਬੇਟਾ ਤੇ ਰੂਪਾ ਨਾਮ ਤੇ, ਆਮੀਨ।